ठीक है। कोई सुनने ਲਈ ਤਿਆਰ ਹੀ ਨਹੀਂ। ਹਰ ਅੱਜ ਵੀ ਤੁਸੀਂ ਦੇਖੋਗੇ ਸਾਰੇ ਇਕੱਠੇ ਹੋ ਗਏ, ਇੱਕ ਸਾਈਡ ਦੇ ਹੋ ਗਏ। ਕੋਈ ਰਾਜੂ ਦਾ ਉੱਪਰ ਦਾ ਨਾਮ ਲੈ ਰਿਹਾ, ਕੋਈ ਫਲਾਣਾ ਲੈ ਰਿਹਾ ਜੀ। ਮੈਂ ਪਾਈ ਰੀਟ, ਮੈਂ ਕਹਿੰਦਾ ਮੈਂ ਪਾਈ ਹੈ ਕਿ ਮੈਂ ਆਪਣਾ ਹੱਕ ਲੈਣਾ। ठीक है। ਮੈਂ ਆਪਣੇ ਹੱਕ ਲਈ ਲੈਣਾ। ਪਰ ਅੱਜ ਵੀ ਤੁਸੀਂ ਮਿਲ ਬੈਠ ਕੇ ਆਪਣੇ ਇਲਾਕੇ ਦੇ ਨਾਲ ਸੌਟ ਆਊਟ ਵੀ ਕਰ ਸਕਦੇ ਸੀ ਜਾਂ ਕੀ ਐਸਾ ਮਸਲਾ ਸੀਗਾ ਤੁਹਾਨੂੰ ਹਾਈ ਕੋਰਟ ਹੀ ਜਾਣਾ ਪਿਆ? ਮੇਰੇ ਘਰੇ ਉਹ ਮੇਰੇ ਬ੍ਰਦਰ ਹੈ, ਉਹ ਹੈਂਡੀਕੈਪ ਹੈ। ਅੱਛਾ ਜੀ, ਮੰਮੀ ਨੂੰ ਜਾਂ ਅੰਦਰ ਦੀ ਪ੍ਰੋਬਲਮ ਹੈ। ਠੀਕ ਹੈ। ਉਹਨਾਂ ਲਈ ਕਾਰ ਸਾਨੂੰ ਚਾਹੀਦੀ ਹੁੰਦੀ ਹੈ, ਬੇਟਾਈਮ ਲੈ ਜਾਣਾ ਹੁੰਦਾ। ਗੱਲ ਵੀ ਕੀਤੀ, ਮੈਂ ਤਾਂ ਕਰੇ ਮੇਰੀ ਸੁਣਵਾਈ ਕਰੋ। ਅੱਛਾ, ਕਹਿੰਦੇ ਜੋ ਕਰਨਾ ਤੁਸੀਂ ਕਰੋ। ਫਿਰ ਤੁਸੀਂ ਹਾਈ ਕੋਰਟ ਚਲੇ ਗਏ। ਤੁਹਾਨੂੰ ਲੱਗਦਾ ਲਗਾਈ ਹੋਈ ਸੀਗੀ, ਅੱਜ ਬਹੁਤ ਜ਼ਿਆਦਾ ਘਮਾਸਾਨ ਮਚ ਗਿਆ ਹੈ ਤਾਂ ਤੁਹਾਡਾ ਗੁਆਂਢੀ ਹੈ ਨਾ, ਇਹਦੇ ਨਾਲ ਤਾਂ ਹੋਰ ਦੁਸ਼ਮਣੀ ਵਧੂਗੀ ਘਟੂਗੀ ਤਾਂ है नहीं। आने की परमिशन दे दी क्योंकि ये मेरे ब्रदर इन लॉ हैं, ये हैंडीकैप हैं। इन्हें आज से 11 साल पहले पैरालाइज का अटैक आया था और उस टाइम शायद इनकी एज भी 38 साल की एज थी। ठीक है। मदर इन लॉ मेरे 2 साल से घर के अंदर ही हैं, अल्जाइमर है, उनको भी ये सारी लोकेलिटी वाले बड़ी अच्छी तरह से जानते हैं कि हम लोगों की दुश्मनी किसी के साथ नहीं है। मेरी शादी को इतने साल हो चुके हैं। ठीक है। ये तो रहने वाले यहीं के हैं, पैदा ही इसी इलाके में हूँ। ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਪਏ ਆ। ਜਿਹੜਾ ਵਿਘਨ ਪਾਊਗਾ ਉਹਦਾ ਅਸੀਂ ਨਾ ਪਾਈ ਨਹੀਂ ਮੈਂ ਦੇ ਦਾਂ, ਦੱਸ ਦਾਂਗੇ ਵੀ ਇਹਨੇ ਰੋਕਿਆ ਸਾਡੇ ਦੀ ਕਾਰਵਾਈ ਛੱਡ ਕੇ ਜਾ ਰਹੇ ਮੈਨੂੰ ਅਜੇ ਨਹੀਂ ਛੱਡ ਕੇ ਸਾਡੀ ਹੋ ਗਈ ਇੱਥੇ, ਉੱਥੋਂ ਮੰਦਿਰ ਤੋਂ ਲੈ ਕੇ ਇੱਥੇ ਤੱਕ ਹੀ ਸੀਗੀ, ਇੱਥੇ ਹੋ ਗਈ ਗੱਲ। ਲੋਕਾਂ ਦਾ ਇਲਜ਼ਾਮ ਹੈ ਕਿ ਤੁਹਾਡੇ ਤੇ ਰਾਜਨੀਤਿਕ ਪ੍ਰੈਸ਼ਰ ਹੈ। ਕੋਈ ਪ੍ਰੈਸ਼ਰ ਨਹੀਂ। ਹਾਈ ਕੋਰਟ ਦੇ ਤੁਸੀਂ ਆਰਡਰ ਪੜ੍ਹੋ, ਹਾਈ ਕੋਰਟ ਦਾ ਸਾਡੂਗਾ। ਹਾਈ ਕੋਰਟ ਦੇ ਆਰਡਰ ਕੀਤੇ ਹੋਏ ਨੇ, ਕੰਟੈਂਪਟ ਲੱਗੀ ਹੋਈ ਸੀ ਉਹਦੇ 'ਚ 15 ਦਿਨ 'ਚ ਉਹਨਾਂ ਨੇ ਜਵਾਬ ਮੰਗਿਆ ਮਾਨਯੋਗ ਕਮਿਸ਼ਨਰ ਸਾਹਿਬ ਤੋਂ। ਕਮਿਸ਼ਨਰ ਸਾਹਿਬ ਦੇ ਆਰਡਰ ਨਾਲ ਹੀ ਸਾਰਿਆਂ ਨੂੰ ਪਹਿਲਾਂ ਨੋਟਿਸ ਦਿੱਤੇ ਗਏ ਆ, ਕਿਸੇ ਨੇ ਨਹੀਂ ਢਾਈ। ਅਸੀਂ ਅੱਜ ਕਾਰਵਾਈ ਕਰਤੀ ਬਸ। ਅੱਗੇ ਵੀ ਕਾਰਵਾਈ ਜਾਰੀ ਰਹੂਗੀ ਕਿੱਦਾਂ? ਨਹੀਂ ਆ ਹੋ ਗਈ ਇੱਧਰ ਜਿਹੜੇ ਸਾਡੇ ਕੋਲ ਆਰਡਰ ਸੀਗੇ ਹਾਈ ਕੋਰਟ ਦੇ, ਹਾਈ ਕੋਰਟ ਦੇ ਮੰਦਰ ਆ ਗਏ। ਨਮਸਕਾਰ, ਨਿਊਜ਼ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਭਾਤ ਸ਼ੁਕਲਾ ਸਵਾਗਤ ਕਰਦਾ ਹਾਂ। ਤੁਸੀਂ ਅੱਜ ਦੇਖਿਆ ਲੁਧਿਆਣੇ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ। ਪੀਲਾ ਪੰਜਾ ਯਾਨੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦਾ ਪੰਜਾ ਚੱਲਿਆ ਸਿਵਲ ਲਾਈਨ ਦੇ ਵਿੱਚ, ਜੋ ਸ਼ਿਵ ਮੰਦਿਰ ਵਾਲੀ ਰੋਡ ਹੈ ਬਿਦਰਾਵਰ ਰੋਡ ਤੇ, ਉੱਤੇ ਚੱਲਿਆ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਅਫਸਰ, ਪ੍ਰਸ਼ਾਸਨ ਔਰ ਲੋਕ ਆਪਸ 'ਚ ਭਿੜ ਗਏ ਸੀ। ਕਾਰਨ ਕੀ ਸੀ ਹਜੇ ਤੱਕ ਸਮਝ ਨਹੀਂ ਆ ਰਿਹਾ। ਬਾਰ-ਬਾਰ ਅਫਸਰਸ਼ਾਹੀ ਇਹ ਕਹਿ ਰਹੀ ਸੀ ਕਿ ਸਾਡੇ ਕੋਲ ਹਾਈ ਕੋਰਟ ਦੇ ਆਰਡਰ ਨੇ। ਹਾਈ ਕੋਰਟ ਦੇ ਆਰਡਰ ਅੱਜ ਹੀ ਕਿਉਂ ਆ ਗਏ? ਪਹਿਲਾਂ ਕਿੱਥੇ ਸੀ? ਪਹਿਲਾ ਪ੍ਰਸ਼ਨ। ਦੂਸਰਾ, ਉਹ ਹਾਈ ਕੋਰਟ ਦੇ ਆਰਡਰ ਯਾਨੀ ਕਿ ਲਿਆਉਣ ਵਾਲਾ ਉਹ ਕੌਣ ਬੰਦਾ ਸੀ, ਕਿਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ, ਕੀ ਵਜ੍ਹਾ ਸੀ, ਉਹ ਤੁਹਾਨੂੰ ਅੱਜ ਨਿਊਜ਼ ਨੈਸ਼ਨਲ ਰੂਬਰੂ ਕਰਾ ਰਿਹਾ ਹੈ। ਕਿਉਂਕਿ ਕਨਫਿਊਜ਼ਨ ਇੰਨੀ ਹੈ, ਕੋਈ ਕਿਸੇ ਦਾ ਨਾਮ ਲੈ ਰਿਹਾ ਹੈ, ਕੋਈ ਕਿਸ ਦਾ ਨਾਮ ਲੈ ਰਿਹਾ ਹੈ ਔਰ ਪ੍ਰਸ਼ਾਸਨ ਕੁਝ ਹੋਰ ਕਹਿ ਰਿਹਾ ਹੈ ਕਿ ਪਟੀਸ਼ਨ ਜਿਸ ਨੇ ਦਾਇਰ ਕੀਤੀ ਸੀ ਉਹ ਅੱਜ ਮੇਰੇ ਨਾਲ ਨੇ, ਮਨੀਸ਼ ਸੂਦ ਜੀ। ਕਿਉਂ ਦਾਇਰ ਕੀਤੀ ਉਹਨਾਂ ਨੇ ਪਟੀਸ਼ਨ, ਕੀ ਪ੍ਰੋਬਲਮ ਸੀਗੀ ਔਰ ਕਿਉਂ ਉਹ ਕਾਰਪੋਰੇਸ਼ਨ ਨੂੰ ਵੀ ਪਾਰਟੀ ਬਣਾ ਗਏ, ਕਮਿਸ਼ਨਰ ਨੂੰ ਵੀ ਪਾਰਟੀ ਬਣਾ ਗਏ, ਜਾਂ ਹੋਰ ਵੀ ਜੋ ਕੁਝ ਉਹਨਾਂ ਨੇ ਕੀਤਾ ਉਹਨਾਂ ਦੇ ਮੂੰਹੋਂ ਸੁਣਦੇ ਆ। ਸਭ ਤੋਂ ਪਹਿਲਾਂ ਮਨੀਸ਼ ਸੂਦ ਜੀ, ਤੁਹਾਡਾ ਸਵਾਗਤ ਹੈ ਨਿਊਜ਼ ਨੈਸ਼ਨਲ ਤੇ। ਮੈਨੂੰ ਦੱਸੋ ਕਿ ਇੰਨੀ ਵੱਡੀ ਕਾਰਵਾਈ ਤੁਸੀਂ ਕਰਾਤੀ, ਤੁਸੀਂ ਮਿਲ ਬੈਠ ਕੇ ਆਪਣੇ ਇਲਾਕੇ ਦੇ ਨਾਲ ਸੌਟ ਆਊਟ ਵੀ ਕਰ ਸਕਦੇ ਸੀ ਜਾਂ ਕੀ ਐਸਾ ਮਸਲਾ ਸੀਗਾ ਤੁਹਾਨੂੰ ਹਾਈ ਕੋਰਟ ਹੀ ਜਾਣਾ ਪੈ ਗਿਆ? ਸਰ 50 ਫੁੱਟੀ ਰੋਡ ਹੈ ਬਾਹਰ। ਮੇਰਾ ਘਰ ਜਿਹੜਾ ਹੈਗਾ ਗਲੀ ਦੇ ਵਿੱਚ ਹੈ, ਅੰਦਰ ਗੱਡੀ ਆਉਂਦੀ ਨਹੀਂ ਹੈਗੀ, ਬਾਹਰ ਅਸੀਂ ਲਾਉਂਦੇ ਸੀ। ਠੀਕ ਹੈ। ਜਿੱਥੇ ਲਾਈਏ ਹਰ ਆਂਢ ਗੁਆਂਢ ਕੋਈ ਬੰਦਾ ਲੜਨ ਨੂੰ ਆਉਂਦਾ। ਅੱਛਾ। ਉਹਨਾਂ ਨੂੰ ਦੱਸਿਆ ਵੀ ਕਿ ਉਹਨਾਂ ਨੂੰ ਪਤਾ ਵੀ ਹੈ ਸਾਰਿਆਂ ਨੂੰ ਕਿ ਮੇਰੇ ਘਰੇ ਉਹ ਮੇਰੇ ਬ੍ਰਦਰ ਹੈ, ਉਹ ਹੈਂਡੀਕੈਪ ਹੈ। ਅੱਛਾ ਜੀ। ਮੰਮੀ ਨੂੰ ਜਾਂ ਅੰਦਰ ਦੀ ਪ੍ਰੋਬਲਮ ਹੈ। ਠੀਕ ਹੈ। ਉਹਨਾਂ ਲਈ ਕਾਰ ਸਾਨੂੰ ਚਾਹੀਦੀ ਹੁੰਦੀ ਹੈ, ਬੇਟਾਈਮ ਲੈ ਜਾਣਾ ਹੁੰਦਾ ਉਹਨਾਂ ਨੂੰ ਹਸਪੀਟਲ ਵਗੈਰਾ, ਕਿਤੇ ਲੋੜ ਪੈ ਜਾਂਦੀ ਹੈ, ਇਸ ਕਰਕੇ ਗੱਡੀ ਲੱਗਦੀ ਹੈ, ਹੋਰ ਨਹੀਂ ਹੈ ਕੁਝ। ਮੇਰੀ ਕਿਸੇ ਨਾਲ ਕੋਈ ਝਗੜਾ ਨਹੀਂ ਹੈਗਾ। ਮੈਂ ਇਲਾਕੇ ਵਿੱਚ ਸਾਰਿਆਂ ਨੂੰ ਬੈਠ ਕੇ ਗੱਲ ਵੀ ਕੀਤੀ ਕਿ ਮੈਨੂੰ ਜਗ੍ਹਾ ਚਾਹੀਦੀ ਹੈ, ਮੈਨੂੰ ਗੱਡੀ ਲਾਉਣ ਦੀ ਜਗ੍ਹਾ ਦੇ ਦਿਓ ਥੋੜੀ ਜੀ। ਉਹ ਕਹਿੰਦੇ ਅਸੀਂ ਲੱਗਣ ਦੇ ਨਹੀਂ, ਸਾਡਾ ਫਰੰਟ ਹੈ ਜੀ, ਜੋ ਕਰਨਾ ਤੁਸੀਂ ਕਰ ਲਓ। ਨਹੀਂ ਫਿਰ ਤੁਸੀਂ ਹਾਈ ਕੋਰਟ ਹੀ ਪਹੁੰਚ ਕੇ ਤੁਸੀਂ ਕਿਸੇ ਨੂੰ ਕਹਿਣਾ ਸੀਗਾ, ਕਿਸੇ ਆਪੇ ਮਹੱਲੇ ਦੇ ਕੋਈ ਪ੍ਰਧਾਨ ਤੁਹਾਡੇ ਜਾਂ ਤੁਹਾਡੀ ਐਸੋਸੀਏਸ਼ਨ ਹੋਣੀ ਹੈ। ਕੌਂਸਲ ਸਾਹਿਬ ਨੂੰ ਵੀ ਕਿਹਾ, ਰਿਕੁਐਸਟ ਵੀ ਕੀਤੀ ਕਿ ਤੁਸੀਂ ਫੋਨ ਕੀਤਾ, ਉਹਨਾਂ ਨੇ ਫੋਨ ਵੀ ਕੀਤਾ, ਪਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਉਹਨਾਂ ਸਿੱਧਾ ਹੀ ਕਿਹਾ ਕਿ ਤੁਸੀਂ ਜਿੱਥੇ ਜੋ ਕਰਨਾ ਕਰ ਲਓ, ਹਾਈ ਕੋਰਟ ਜਾਣਾ, ਸੁਪਰੀਮ ਕੋਰਟ ਜਾਣਾ, ਜਿੱਥੇ ਮਰਜ਼ੀ ਚੱਲ ਜਾਓ। ਇਲਾਕਾ ਦੇ ਲੋਕ ਤੁਹਾਨੂੰ ਕਹਿੰਦੇ? ਹਾਂ। ਇਹ ਕਹਿੰਦੇ ਕਿ ਤੁਸੀਂ ਹਾਈ ਕੋਰਟ ਚਲੇ ਜਾਓ। ਹਾਂਜੀ, ਮੈਂ ਇਕੱਲੇ ਜਿਹੜੇ ਮੇਨ ਬੰਦੇ ਬਾਹਰ ਦੇ ਹੈਗੇ ਉਹਨਾਂ ਨੂੰ ਗੱਲ ਵੀ ਕੀਤੀ, ਮੈਂ ਤਾਂ ਕਰ ਮੇਰੀ ਸੁਣਵਾਈ ਕਰੋ। ਅੱਛਾ। ਕਹਿੰਦੇ ਜੋ ਕਰਨਾ ਤੁਸੀਂ ਕਰ ਲਓ। ਤੁਸੀਂ ਹਾਈ ਕੋਰਟ ਚਲੇ ਗਏ। ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਇੱਕ ਨਜਾਇਜ਼ ਹੋ ਗਿਆ? ਲੋਕਾਂ ਨੇ ਇੰਨੇ ਪਿਆਰ ਨਾਲ ਤਵਾਰ ਥੜੀਆਂ ਜਾਂ ਬਣਾਏ ਹੋਏ ਸੀਗੇ, ਆਪਣੇ ਫੁੱਲ ਬੂਟੇ ਲਗਾਏ ਹੋਏ ਸੀਗੇ, ਅੱਜ ਬਹੁਤ ਜ਼ਿਆਦਾ ਘਮਾਸਾਨ ਮਚ ਗਿਆ ਹੈ ਤਾਂ ਤੁਹਾਡਾ ਗੁਆਂਢੀ ਹੈ ਨਾ, ਇਹਦੇ ਨਾਲ ਤਾਂ ਹੋਰ ਦੁਸ਼ਮਣੀ ਵਧੂਗੀ ਘਟੂਗੀ ਤਾਂ ਹੈ ਨਹੀਂ ਕੀ?
ਦੁਸ਼ਮਣੀ ਵਾਲੀ ਸਰ ਗੱਲ ਹੀ ਕੋਈ ਨਹੀਂ ਹੈਗੀ। ਜੇ ਦੁਸ਼ਮਣੀ ਤਦ ਪੈਂਦੀ ਮੈਂ ਸਪੈਸ਼ਲ ਕਿਸੇ ਦਾ ਨਾਮ ਲੈ ਕੇ ਕਰਦਾ ਜਦੋਂ ਮੈਂ ਕਿਸੇ ਨਾਲ ਝਗੜਾ ਹੈਗਾ। ਮੈਨੂੰ ਝਗੜਾ ਕਿਸੇ ਨਾਲ ਨਹੀਂ ਸੀਗਾ। ਠੀਕ ਹੈ। ਮੇਰਾ ਇੱਕ ਆਪਣਾ ਰਾਈਟ ਮੰਗ ਰਿਹਾ ਸੀ, ਮੇਰਾ ਹੱਕ ਹੈ ਕਿ ਮੈਨੂੰ ਗੱਡੀ ਮੈਂ ਲਾਣੀ ਹੈ ਬਾਹਰ। ਠੀਕ ਹੈ। ਕੋਈ ਸੁਣਨ ਲਈ ਤਿਆਰ ਹੀ ਨਹੀਂ। ਹਰ ਅੱਜ ਵੀ ਤੁਸੀਂ ਦੇਖੋਗੇ ਸਾਰੇ ਇਕੱਠੇ ਹੋ ਗਏ, ਇੱਕ ਸਾਈਡ ਦੇ ਹੋ ਗਏ। ਕੋਈ ਰਾਜੂ ਦਾ ਉੱਪਰ ਦਾ ਨਾਮ ਲੈ ਰਿਹਾ, ਕੋਈ ਫਲਾਣਾ ਲੈ ਰਿਹਾ ਜੀ। ਮੈਂ ਪਾਈ ਰਿਟ, ਮੈਂ ਕਹਿੰਦਾ ਮੈਂ ਪਾਈ ਹੈ ਕਿ ਮੈਂ ਆਪਣਾ ਹੱਕ ਲੈਣਾ। ਮੈਂ ਆਪਣੇ ਹੱਕ ਲਈ ਕਰ ਰਿਹਾ ਜੋ ਕਰ ਰਿਹਾ। ਪਰ ਅੱਜ ਵੀ ਕਾਰਵਾਈ ਪੂਰੀ ਨਹੀਂ ਹੋਈ ਹੈਗੀ। ਅੱਛਾ। ਅੱਜ ਵੀ ਉਹ ਅੱਧਾ ਪਚਿੱਦਾ ਕੰਮ ਛੱਡ ਕੇ ਚਲੇ ਗਏ। ਇੱਕ ਤੁਹਾਡੀ ਹਾਈ ਕੋਰਟ ਦੀ ਇੱਕ ਰਿਟ ਪਿੱਛੇ ਅੱਜ ਕਿੰਨੇ ਪਰਿਵਾਰ ਤੁਹਾਡੇ ਨਾਲ ਦੁਸ਼ਮਣੀ ਪਾ ਕੇ ਬੈਠ ਗਏ, ਤੁਹਾਨੂੰ ਅੰਦਾਜ਼ਾ ਵੀ ਹੈ ਇਸ ਚੀਜ਼ ਦਾ? ਸਰ ਉਹ ਪਾਲੀ ਦੁਸ਼ਮਣ ਉਹਨਾਂ ਦੀ ਆਪਣੀ ਸੋਚ ਹੈ, ਪਰ ਮੇਰੀ ਸੋਚ ਇਦਾਂ ਨਹੀਂ ਹੈਗੀ ਕਿ ਮੈਂ ਪਰਸਨਲੀ ਦੁਸ਼ਮਣੀ ਹੈ ਕਿਸੇ ਨਾਲ। ਮੈਂ ਤਾਂ ਆਪਣੇ ਹੱਕ ਲਈ ਬਾਰ-ਬਾਰ ਕਹਿ ਰਿਹਾ, ਮੈਂ ਆਪਣੇ ਹੱਕ ਲਈ ਕਰ ਰਿਹਾ ਜੋ ਕਰ ਰਿਹਾ ਕਿ ਮੈਨੂੰ ਮੇਰੀ ਆਪਣੀ ਬਾਹਰ ਕਾਰ ਲਾਉਣ ਲਈ ਜਗ੍ਹਾ ਚਾਹੀਦੀ ਹੈ। ਸਾਡੇ ਨਾਲ ਨੇ ਇਹਨਾਂ ਦੇ ਮਿਸਿਸ ਮੈਡਮ ਸੂਦ, ਉਹ ਵੀ ਉਹਨਾਂ ਤੋਂ ਵੀ ਪੁੱਛਾਂਗੇ ਕਿ ਲੇਡੀਜ਼ ਦਾ ਇੱਕ ਸਰਕਲ ਹੁੰਦਾ ਹੈ ਮੈਡਮ, ਇੱਕ ਲੋਕ ਹੁੰਦੇ ਨੇ ਜਿਹੜੇ ਕਿ ਆਪਸ 'ਚ ਤੁਸੀਂ ਬੈਠਦੇ ਹੋ ਉੱਠਦੇ ਹੋ, ਫਿਰ ਤੁਹਾਨੂੰ ਇੰਨੀ ਵੱਡੀ ਕਾਰਵਾਈ ਕਰਾਉਣ ਦੀ ਕੀ ਲੋੜ ਪਈ? ਤੁਸੀਂ ਆਪਣੀ ਗੱਲ ही नहीं रख सके उन्होंने तक? सर देखें, हम लोगों ने तो ट्राई किया था, ठीक है, हम लोगों ने तो कोशिश की थी। ठीक है कि मेल मेंबर्स का मामला होता है, मैं नहीं चाहती थी कि मैं किसी लेडीज़ को इन्वॉल्व करूं बीच में। मेरे हस्बैंड ने जो यहाँ के वार्ड नंबर 83 के जो हैं काउंसलर, उनसे बात भी की। हम लोगों ने उन लोगों से रिक्वेस्ट भी की कि प्लीज़ सर आप आगे आगे आइए और प्लीज़ हमें और कुछ नहीं चाहिए, सिर्फ हमें गाड़ी लगाने की परमिशन दे दी, क्योंकि ये मेरे ब्रदर इन लॉ है, ये हैंडीकैप है। इन्हें आज से 11 साल पहले पैरालाइज का अटैक आया था और उस टाइम शायद इनकी एज भी 38 साल की एज थी। ठीक है। मदर इन लॉ मेरे 2 साल से घर के अंदर ही हैं, अल्जाइमर है, उनको भी ये सारी लोकेलिटी वाले बड़ी अच्छी तरह से जानते हैं। हम लोगों ने सिर्फ और सिर्फ ये मेल मेंबर का काम था, इसलिए मेरे हस्बैंड ने ही आगे होके बात करने की कोशिश की कि चलो ठीक है जी, मेल टू मेल हम बात करेंगे तो ज़्यादा बेटर है। ठीक है। जब उन्होंने ये बात की, राजू थापड़ जी ने फ़ोन भी किया उनको कॉल भी की, लेकिन उन्होंने तो हमारे जो पड़ोसियों ने हमारा साथ ही नहीं दिया। उन्होंने तो सीधा ही कह दिया कि ठीक है जी, हम तो नहीं लगाने देंगे, हमारी तो फ्रंट है, लीगल होके ले लो जो ले सकते हो। तो आप तुरंत जो है पहुंच गए, लीगल नोटिस आपने इनको नोटिस भी भेजी, आपने क्या किया, कुछ किया ऐसा कि? जी जी, इन सबको नोटिस गए हैं, इन सबको नोटिस गए हैं हमारी तरफ से। देखिए सर, मैं एक बात, वही जो बात मेरे हस्बैंड ने बोली वही मैं बोलना चाहूँगी कि हम लोगों की दुश्मनी किसी के साथ नहीं है। मेरी शादी को इतने साल हो चुके हैं, ठीक है, ये तो रहने वाले यहीं के हैं, पैदा ही इसी इलाके में हूँ मैं। ठीक है। हम लोगों की, हमें सिर्फ आज भी यही चाहिए कि हमें गाड़ी लगाने की परमिशन दे। इसका मतलब ये नहीं कि अगर किसी के घर कोई शादी है तो फ़ोन हमारे घर आ जाता है, अपनी गाड़ी हटा लो। अब जैसे मैं नाम नहीं लूंगी, जैसे मेरे ब्रदर इन लॉ, इनके फादर इन लॉ एडमिट थे, हॉस्पिटल में एडमिट थे। ठीक है। डेथ बेड पे थे, डॉक्टर्स ने जवाब दे दिया था। ठीक है। हम लोगों ने अपनी मजबूरी भी बताई कि ठीक है यार, उनके बेटे आ रहे हैं, बहू आ रहे हैं, सभी अपनी गाड़ी वहां लगा रहे हैं, लेकिन फिर भी हमें फोन आ रहा है कि नहीं, अपनी गाड़ी यहाँ से हटवाओ। इसका मतलब ये नहीं हो जाता सर कि अगर हमें कहीं मुश्किल है या किसी हमारे घर में कोई फंक्शन है तो हम लोग रोड पे गाड़ी ही नहीं लगा सकते। जो कोई भी उठे, वो देखे, वो आके ये बोले, फटाफट जैसे ही गाड़ी पार्क करो वैसे ही आके, या तो कहीं से भी, अगर वो लोग क्या करते थे, वाइट कलर की गाड़ी है, अच्छा इन्हीं की होगी, ठीक है, और कॉल हमारे घर कर देते थे कि अपनी गाड़ी हटाओ। तो ये सब हरासमेंट बर्दाश्त करके हम थक चुके हैं कि कभी कहीं से कॉल आ रही है, कभी कहीं से कॉल आ रही है, कभी कहीं से कॉल आ रही है, कभी हम बाहर निकलते हैं अपनी गड्डी हटाओ, अपनी गड्डी हटाओ, इत्थे नहीं लान देनी, इत्थे नहीं लाने, साडा फ्रंट है, साडा फ्रंट है, साडा फ्रंट है। और होता क्या था कि जैसे हम लोग बाहर निकलते थे तो ठीक है, कोई अपनी गाड़ी यहाँ से टेढ़ी कर रहा है, कोई अपनी गाड़ी वहां से टेढ़ी कर रहा है, अभी हमें गली में आने के लिए तो जगह छोड़ दो। 1-2 बार ऐसा इंसिडेंट भी हुआ, ऐसा एपिसोड भी हुआ कि हम लोग गिरे हैं अपने स्कूटरों से। अभी आप आई हो, आपने देखा ही बाहर गाड़ी कैसे लगी है, इतना रास्ता छोड़ा, क्योंकि वो निकल सकते हैं भाई साहब वहां से, आपके सामने ही आए ना वो गाड़ी से उतर के, 20 फुट तुरना है, वो कैसे ठीक रहेगा? अपनी कहीं दुश्मनी तो है नहीं किससे, पर वो दुश्मनी निभा रहे हैं सभी एक तरफ होके। ਸੋ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਹਾਲਾਤ ਸੀਗੇ ਜਿਹਦੇ ਕਰਕੇ ਮੁਨੀਸ਼ ਜੀ ਚਲੇ ਗਏ ਹਾਈ ਕੋਰਟ। ਅੱਗੇ ਕੀ ਬਣੇਗਾ ਇਹ ਤਾਂ ਸਮਾਂ ਹੀ ਦੱਸੇਗਾ, ਕਿਉਂਕਿ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਮੁਤਾਬਕ ਅੱਜ ਕਾਰਪੋਰੇਸ਼ਨ ਨੇ ਕਾਰਵਾਈ ਵੀ ਨਹੀਂ ਕੀਤੀ ਹੈ। ਅੱਜ ਜਿਹੜੀ ਕਾਰਵਾਈ ਹੋਈ ਆ ਉਹ ਹੈ ਤਾਂ ਮੰਦਭਾਗੀ ਹੈ, ਕਿਉਂਕਿ ਇਹ ਪੜੋਸ ਦਾ ਮਾਮਲਾ ਸੀ ਜੋ ਕਿ ਹਾਈ ਕੋਰਟ ਪਹੁੰਚ ਗਿਆ। ਲੇਕਿਨ ਇਸ ਤਰ੍ਹਾਂ ਦੇ ਜਿਹੜੇ ਵਾਕਿਆ ਨੇ ਜਦੋਂ ਪਰਿਵਾਰਾਂ 'ਚ ਘਟਦੇ ਨੇ ਤੇ ਉਹਨਾਂ ਦੇ ਦਿਲਾਂ 'ਤੇ ਕੀ ਬੀਤਦੀ ਹੈ ਇਹ ਵੀ ਸੋਚਣਾ ਬਹੁਤ ਜ਼ਰੂਰੀ। ਸੱਚ ਔਰ ਝੂਠ ਦਾ ਫੈਸਲਾ, ਜਾਇਜ਼ ਨਜਾਇਜ਼ ਦਾ ਫੈਸਲਾ ਤੁਸੀਂ ਆਪ ਕਰਿਓ, ਕਿਉਂਕਿ ਇਹ ਮੁੱਦਾ ਇੱਕ ਪਰਿਵਾਰਿਕ ਵੀ ਹੈ, ਇੱਕ ਸਮਾਜਿਕ ਵੀ ਹੈ। ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਅੱਜ ਆਏ ਔਰ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਬਹੁਤ
ਔਰ ਪ੍ਰਸ਼ਾਸਨ ਉਹਨਾਂ ਦੇ ਨਾਲ ਗਰਮਾ ਗਰਮੀ ਹੁੰਦੀ ਰਹੀ, ਇਹ ਵੀ ਇੱਕ ਵੇਖਣ ਵਾਲੀ ਚੀਜ਼ ਸੀ। ਲੇਕਿਨ ਇਹ ਕਦ ਤੱਕ ਚੱਲਦਾ ਰਹੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਨਿਊਜ਼ ਨੈਸ਼ਨਲ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦਾ ਰਹੇਗਾ। ਦੇਖਦੇ ਰਹੋ ਨਿਊਜ਼ ਨੈਸ਼ਨਲ 24/7। ਧੰਨਵਾਦ।